तेरे कवन कवन गुण कह कह गावां। तू साहिब गुणी निधाना, तुमरी महिमा बरन न साकों। तू ठाकुर ऊच भगवाना, धन वाहिगुरु साहिब जी। हर जेठ जुड़न दा लोड़ीए, जिस अग्गे सब निवन। हर सज्जन दावण लग्गिया, किसै ना देई बन। माणक मोती नाम प्रभ, उन लग्गै नाही सन। रंग सभे नारायण, जेते मन पावन। जो हर लोड़े सो करे, सोई जी करन। जो प्रभ कीते अपने, सेई कहिए धन। आपन लिया जे मिलै, विछुड़ क्यों रोवन। साधु संग प्राप्ते, नानक रंग माणन। हर जेठ रंगीला तिस धनी, जिसकै भाग मथन। हर जेठ रंगीला तिस धनी, जिसकै भाग मथन। परम सत्कारयोग सतगुरु श्री गुरु ग्रंथ ਸਾਹਿਬ महाराज जी ਦੀ पावन हजूरी ਦੇ अंदर गुरु बख्शिश ਦੇ सदका हाजरियां भरदी हुई गुरु प्यारी गुरु सवारी साध संगत जीओ। सतगुरु जी की बख्शिश के सदका जेठ महीने की आरंभता नूं मुख रखते हुए जो दीवान सजाए जा रहे हैं, आप जी इन्हां दीवानां दे अंदर हाजरियां भरदे पए हो। पावन गुरबाणी के कीर्तन आप संगतां ने सुने हैं। शब्द विचार के अधीन सतगुरु गुरु अर्जन साहब महाराज जी के पावन शब्द नूं 12 माह माज पावन बाणी दे विचों आप जी ने सुनिया है। इस शब्द दे विच सतगुरु जी ने जो सानू उपदेश बख्शिया है, उस नूं समझण दी कोशिश करिए। मन बिरतियां एकागर करते हुए फतेह दे नाल सांझ पाओ जी। वाहिगुरु जी का खालसा, वाहिगुरु जी की फतेह। हर जेठ जुड़ंदा लोड़ी है, जिस अग्गे सब निवन। सतगुरु गुरु अर्जन साहब सच्चे पातशाह जी ने बख्शिश कीती है कि भाई आ जिहड़ा साडा जिंदगी रूपी जेठ दा महीना है, इहदे विच सानू उस मालक दे नाल जुड़ना चाहिदा है जिहदे अगे सारे ही न्योंदे ने, जिहदे अगे सारे ही झुकदे ने। ये पहला उपदेश ते पहली सिक्ख्या है इस शब्द दे विच गुरु अर्जन साहब महाराज जी दे वल्लों। और इस बाणी नूं समझण दा एक तरीका है, वो तरीका ये है कि सानू बाहर दे मौसम की जानकारी होनी चाहिए है। आपां क्योंकि सारे इस गल नूं जानते हाँ भी मौसम दे रुत्तां दे हिसाब दे नाल ये जिहड़े 2 महीने ने, जिहड़ा महीना अज शुरू होया है ते एक इहदे तो आउण वाला महीना जेठ ते हाड़ दा महीना, ये 12 महीनों दे विचों सब तो ज़्यादा गर्मी वाले महीने मन्ने जाते हैं। जिस तरह इस समय दे विच बाहर दी
ਗਰਮੀ ਬੰਦੇ ਨੂੰ ਤੰਗ ਕਰਦੀ ਹੈ, ਬਾਹਰ ਦੀ ਤਪਸ਼ ਬੰਦੇ ਨੂੰ ਸਾੜਦੀ ਹੈ। ਇੱਦਾਂ ਮਹਾਰਾਜ ਕਹਿੰਦੇ ਨੇ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਅੰਦਰ ਦੇ ਵਿਕਾਰ ਹੁੰਦੇ ਨੇ, ਅੰਦਰ ਦੀਆਂ ਗਲਤੀਆਂ ਹੁੰਦੀਆਂ ਨੇ, ਉਹ ਸਾਨੂੰ ਵਾਰ-ਵਾਰ ਤਪਾਉਂਦੀਆਂ ਨੇ, ਵਾਰ-ਵਾਰ ਸਾਨੂੰ ਸਾੜਦੀਆਂ ਨੇ। ਮਹਾਰਾਜ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਇੱਕ ਸ਼ਬਦ ਮਾਰੂ ਰਾਗ ਦੇ ਵਿੱਚ ਜਿਹੜਾ ਸਤਿਗੁਰੂ ਜੀ ਬੋਲਦੇ ਨੇ, ਹਜ਼ੂਰ ਕਹਿੰਦੇ ਨੇ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਸਤਿਗੁਰੂ ਜੀ ਨੇ ਉਦਾਹਰਨ ਜਿਹੜੀ ਦਿੱਤੀ ਹੈ ਉਹ ਇੱਕ ਲੁਹਾਰ ਦੀ ਦੁਕਾਨ ਦੀ ਦਿੱਤੀ ਹੋਈ ਹੈ। ਆਪਾਂ ਨੇ ਇਸ ਗੱਲ ਨੂੰ ਵੇਖਿਆ ਹੋਵੇਗਾ ਕਿ ਜਿਸ ਵੇਲੇ ਉਹ ਲੋਹੇ ਨੂੰ ਗਰਮ ਕਰਦਾ ਹੈ ਤੇ ਉਹ ਕੀ ਕਰਦਾ ਹੈ ਵੀ ਕੁਝ ਕੋਲੇ ਜਿਹੜੇ ਨੇ ਉਹ ਲੋਹੇ ਦੇ ਉੱਤੇ ਵੀ ਸੁੱਟ ਦਿੰਦਾ ਹੁੰਦਾ ਸੀ ਤਾਂ ਕਿ ਉਹਨੂੰ ਜਲਦੀ ਸੇਕ ਲੱਗੇ, ਜਲਦੀ ਗਰਮ ਹੋਵੇਗਾ ਤੇ ਫਿਰ ਹੀ ਉਹਨੂੰ ਸ਼ੇਪ ਦੇਣੀ ਜਾਂ ਉਹ ਤਿੱਖਾ ਕਰਨਾ ਸੌਖਾ ਹੋ ਜਾਂਦਾ ਹੈ ਲੋਹਾ। ਤੇ ਫਿਰ ਨਾਲ ਉਹਨੇ ਕੀ ਕਰਨਾ ਵੀ ਉਸ ਵੇਲੇ ਇੱਕ ਭੱਠੀ ਲਗਾਤਾਰ ਉਹਦੇ ਕੋਲੋਂ ਚੱਲਦੀ ਰਹਿੰਦੀ ਹੁੰਦੀ ਸੀ, ਅੱਗ ਵਾਲੀ। ਉਹਨੇ ਹੋਰ ਸੇਕ ਦੇਈ ਜਾਣਾ, ਲੋਹੇ ਨੂੰ ਹੋਰ ਗਰਮ ਕਰੀ ਜਾਣਾ ਉਹਨੇ। ਤੇ ਇੱਕ ਟਾਈਮ ਇੱਦਾਂ ਦਾ ਆ ਜਾਣਾ ਵੀ ਜਦੋਂ ਲੋਹਾ ਗਰਮ ਹੋ ਕੇ ਤੇ ਬਿਲਕੁਲ ਅੱਗ ਦਾ ਰੂਪ ਹੋ ਜਾਣਾ, ਉਹਨੇ ਚਮਕਣ ਲੱਗ ਪੈਣਾ। ਤੇ ਫਿਰ ਉਹਨੇ ਕੀ ਕਰਨਾ ਵੀ ਇੱਕ ਸੰਨੀ ਹੁੰਦੀ ਹੈ ਪਲਾਸ ਦੇ ਵਰਗੀ, ਜਿਹੜੀ ਬਿਲਕੁਲ ਲੋਹੇ ਦੀ ਹੁੰਦੀ ਹੈ, ਤੇ ਉਹਦੇ ਨਾਲ ਉਹਨੇ ਜਿਹੜਾ ਲੋਹਾ ਰੱਖਿਆ ਹੋਇਆ ਹੈ ਅੱਗ ਦੇ ਉੱਤੇ ਉਹਦਾ ਪਾਸਾ ਪਰਤ ਦੇਣਾ। ਪਹਿਲਾਂ ਉਹ ਇੱਕ ਪਾਸੇ ਤੋਂ ਗਰਮ ਹੋਇਆ ਹੈ, ਫਿਰ ਉਹਦਾ ਜਦੋਂ ਪਾਸਾ ਬਦਲ ਦਿੱਤਾ ਤੇ ਉਹਨੇ ਦੂਜੇ ਪਾਸੇ ਤੋਂ ਗਰਮ ਹੋਣਾ ਸ਼ੁਰੂ ਹੋ ਜਾਣਾ। ਉਹਦੇ ਨਾਲ ਕੀ ਹੁੰਦਾ ਵੀ ਜਦੋਂ ਲੋਹੇ ਨੂੰ ਦੋਵੇਂ ਪਾਸਿਆਂ ਤੋਂ ਸੇਕ ਲੱਗਦਾ ਹੈ, ਗਰਮ ਹੁੰਦਾ ਹੈ, ਤੇ ਉਹਦੇ ਉੱਤੇ ਜਦੋਂ ਸੱਟ ਮਾਰੀ ਜਾਂਦੀ ਹੈ ਉਹਨੂੰ ਤੋੜਨਾ ਜਾਂ ਉਹਨੂੰ ਤਿੱਖਾ ਕਰਨਾ ਸੌਖਾ ਹੋ ਜਾਂਦਾ ਹੈ। ਮਹਾਰਾਜ ਜੀ ਨੇ ਉਦਾਹਰਣ ਦਿੱਤੀ ਹੈ ਵੀ ਸਾਡਾ ਸਰੀਰ ਜਿਹੜਾ ਹੈ ਨਾ, ਬਿਲਕੁਲ ਅਸਲ ਦੇ ਵਿੱਚ ਇੱਦਾਂ ਸਾਡੇ ਸਰੀਰ ਦੇ ਅੰਦਰ ਵੀ ਵਾਪਰਦਾ ਪਿਆ ਹੈ। ਜਿਸ ਤਰੀਕੇ ਦੇ ਨਾਲ ਅਹਿਰਣ ਜਿਹੜੀ ਹੈ ਉਹਦੇ ਉੱਤੇ ਲੋਹਾ ਰੱਖਿਆ ਜਾਂਦਾ ਹੈ ਨਾ, ਤੇ ਫਿਰ ਜਿਸ ਤਰੀਕੇ ਦੇ ਨਾਲ ਭੱਠੀ ਦੇ ਵਿੱਚ ਰੱਖ ਕੇ ਲੋਹੇ ਨੂੰ ਸ਼ੇਪ ਦੇਣ ਦੇ ਲਈ ਗਰਮ ਕੀਤਾ ਜਾਂਦਾ ਹੈ, ਸਾਡਾ ਮਨ ਅਸਲ ਦੇ ਵਿੱਚ ਇੱਦਾਂ ਹੁੰਦਾ ਹੈ ਜਿੱਦਾਂ ਮਨ ਲੋਹਾ ਭੱਠੀ ਦੇ ਵਿੱਚ ਪਿਆ ਹੁੰਦਾ ਹੈ। ਸਾਡਾ ਮਨ ਇੱਦਾਂ ਸਰੀਰ ਦੇ ਅੰਦਰ ਹੈ, ਪਰ ਇਹਨੂੰ ਅੱਗ ਕਿਹੜੀ ਲੱਗੀ ਹੋਈ ਹੈ? ਪੰਚ ਅਗਨ ਤਿਤ ਲਾਗ ਰਹੀ। ਪੰਜ ਵਿਕਾਰ ਇਹਨੂੰ ਲਗਾਤਾਰ ਸਾੜਦੇ ਨੇ। ਤੇ ਫਿਰ ਹੋਰ ਕੀ ਹੁੰਦਾ ਹੈ? ਸਿਰਫ ਸੜਦਾ ਹੀ ਨਹੀਂ, ਕੋਲੇ ਪਾਪ ਪੜੇ ਤਿਸ ਉੱਪਰ, ਸਗੋਂ ਹੋਰ ਜਿਹੜੇ ਕੋਲੇ ਨੇ ਨਾ, ਜਿੱਦਾਂ ਅੱਗ ਬੁਝ ਨਾ ਜਾਵੇ, ਵਾਰ-ਵਾਰ ਕੋਲੇ ਉਹਦੇ ਉੱਤੇ ਪਾਏ ਜਾਂਦੇ ਸੀ ਨਾ, ਇੱਦਾਂ ਸਾਡੀਆਂ ਰੋਜ਼ ਦੀਆਂ ਗਲਤੀਆਂ, ਇਹ ਜਿਹੜੇ ਸਾਡੇ ਮਨ ਨੂੰ ਸਾੜਨ ਦੇ ਲਈ ਹੋਰ ਕੋਲੇ ਪੈਂਦੇ ਨੇ। ਇੱਦਾਂ ਸਮਝ ਲਈਏ ਕਿ ਜਿੱਦਾਂ ਕਿਸੇ ਨੂੰ ਗੁੱਸਾ ਆਉਂਦਾ ਹੋਵੇ, ਇੱਕ ਤੇ ਗੁੱਸੇ ਦੇ ਵਿੱਚ ਬੜਾ ਖਪਿਆ ਪਿਆ ਹੈ, ਉਤੋਂ ਹੋਰ ਗੁੱਸਾ ਆਈ ਜਾ ਰਿਹਾ। ਇੱਕ ਤੇ ਪਹਿਲਾਂ ਈਰਖਾ ਹੈ, ਉਸ ਈਰਖਾ ਨੇ ਖਤਮ ਕਰਕੇ ਰੱਖਿਆ ਹੋਇਆ ਹੈ ਅੰਦਰ, ਉਤੋਂ ਹੋਰ ਈਰਖਾ ਆਈ ਜਾ ਰਹੀ ਹੈ। ਇੱਕ ਤੇ ਪਹਿਲਾਂ ਲੋਹਾ ਗਰਮ ਹੈ, ਅੱਗ ਦੇ ਵਰਗਾ ਪਹਿਲਾਂ ਹੀ ਹੋਇਆ ਪਿਆ ਹੈ, ਉਹਦੇ ਉੱਤੇ ਹੋਰ ਕੋਲੇ ਸੁੱਟ ਦਿੱਤੇ ਜਾ ਰਹੇ ਨੇ ਤਾਂ ਕਿ ਚੰਗੀ ਤਰ੍ਹਾਂ ਸੜ ਜਾਵੇ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ, ਮਨ ਤੇ ਪੂਰੀ ਤਰ੍ਹਾਂ ਸੜ ਗਿਆ। ਸੰਨੀ ਚਿੰਤ ਪਈ, ਤੇ ਜਿੱਦਾਂ ਸੰਨੀ ਦੇ ਨਾਲ ਲੋਹੇ ਨੂੰ ਬਦਲਿਆ ਜਾਂਦਾ ਹੈ ਵਾਰ-ਵਾਰ ਉਹਦੇ ਪਾਸਿਆਂ ਨੂੰ, ਸਤਿਗੁਰੂ ਕਹਿੰਦੇ ਚਿੰਤਾ ਜਿਹੜੀ ਹੈ ਨਾ, ਉਹ ਇੱਦਾਂ ਸਾਡੇ ਮਨ ਨੂੰ ਸਾੜਦੀ ਹੈ। ਇੰਨੀ ਤਪਸ਼ ਮਹਾਰਾਜ ਕਹਿੰਦੇ ਸਾਡੇ ਅੰਦਰ ਲੱਗੀ ਹੋਈ ਹੈ। ਜਿੱਦਾਂ ਬਾਹਰ ਦੀ ਗਰਮੀ ਹੈ, ਉੱਦਾਂ ਮਹਾਰਾਜ ਨੇ ਅੰਦਰ ਦੀ ਗਰਮੀ ਦਾ ਜ਼ਿਕਰ ਕੀਤਾ ਵੀ ਅੰਦਰ ਵੀ ਇੱਦਾਂ ਸੇਕ ਲੱਗਦਾ ਹੈ। ਤੇ ਫਿਰ ਗੁਰੂ ਸਾਹਿਬ ਨੇ ਗੱਲ ਕੀਤੀ ਵੀ ਭਾਈ ਕਰਨਾ ਕੀ ਚਾਹੀਦਾ ਹੈ? ਦਾਤਾਰ ਕਹਿੰਦੇ ਜੇਠ ਦੇ ਮਹੀਨੇ ਦੇ ਵਿੱਚ ਜਿੱਥੇ ਬਾਹਰ ਦੀ ਗਰਮੀ ਨੂੰ ਅਸੀਂ ਮਹਿਸੂਸ ਕਰਦੇ ਹਾਂ, ਉੱਥੇ ਵਿਕਾਰਾਂ ਦੇ ਸੇਕ ਨੂੰ ਮਹਿਸੂਸ ਕਰੀਏ ਤੇ ਉਸ ਮਾਲਕ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੇ ਝੁਕ ਜਾਂਦੇ ਨੇ, ਜਿਹਦੇ ਅੱਗੇ ਸਾਰੇ ਨਿਉਂਦੇ ਨੇ। ਮੈਂ ਬੇਨਤੀ ਕਰ ਦੇਵਾਂ, ਮਹਾਰਾਜ ਜੀ ਦੀ ਬਾਣੀ ਦਾ ਅਸੀਂ ਇੱਕ ਬੋਲ ਪੜ੍ਹਦੇ ਹਾਂ। ਆਪ ਜੀ ਨੂੰ ਯਾਦ ਹੈ ਉਹ ਬਚਨ, ਹਜ਼ੂਰ ਕਹਿੰਦੇ ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਭਾਈ ਬਾਕੀਆਂ ਦੀਆਂ ਆਸਾਂ ਛੱਡ ਦੇ। ਬਾਕੀਆਂ ਦੀਆਂ ਆਸਾਂ ਛੱਡਣ ਦਾ ਮਤਲਬ ਕੀ ਹੈ? ਮੈਂ ਸਵੇਰੇ ਵੀ ਇਸ ਗੱਲ ਦੀ ਬੇਨਤੀ ਕੀਤੀ ਸੀ। ਕੰਮਕਾਰ ਕਰਦਿਆਂ, ਦੁਨੀਆ ਦੇ ਵਿੱਚ ਤੁਰਦਿਆਂ ਫਿਰਦਿਆਂ ਸਾਨੂੰ ਕਿਸੇ ਵੇਲੇ ਇੰਝ ਲੱਗਣ ਲੱਗ ਪੈਂਦਾ ਹੈ ਵੀ ਭਾਈ ਮੇਰੀ ਰੋਟੀ ਜਾਂ ਮੇਰੀ ਜ਼ਿੰਦਗੀ ਇਸ ਬੰਦੇ ਦੇ ਕਰਕੇ ਚੱਲਦੀ ਪਈ ਹੈ, ਵੀ ਇਹ ਬੰਦਾ ਹੈ
ਤੇ ਤਾਂ ਮੈਨੂੰ ਰੱਬ ਰੋਟੀ ਦੇਈ ਜਾਂਦਾ ਹੈ। ਜੇ ਇਹ ਨਾ ਹੋਵੇ ਤੇ ਮੈਨੂੰ ਪਤਾ ਨਹੀਂ ਕਿਸੇ ਨੇ ਰੋਟੀ ਦੇਣੀ ਸੀ ਕਿ ਨਹੀਂ ਰੋਟੀ ਦੇਣੀ ਸੀ। ਸਾਡੇ ਮਨ ਦੇ ਵਿੱਚ ਇੱਕ ਖਿਆਲ ਵੜਿਆ ਹੋਇਆ ਹੈ ਤੇ ਅਕਸਰ ਵੇਖੋ ਤੁਸੀਂ, ਲੋਕ ਥੋੜ੍ਹਾ ਜਿਹਾ ਕੁਝ ਦਿੰਦੇ ਨੇ ਤੇ ਨਾਲ ਮਿਹਣਾ ਵੀ ਮਾਰ ਜਾਂਦੇ ਨੇ ਵੀ ਜੇ ਮੈਂ ਨਾ ਹੁੰਦਾ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਕਈਆਂ ਨੂੰ ਇੰਝ ਲੱਗਦਾ ਵੀ ਬੰਦੇ ਸਾਡੀ ਜ਼ਿੰਦਗੀ ਦੇ ਆਸਰੇ ਨੇ, ਇਹਨਾਂ ਦੇ ਕਰਕੇ ਸਾਡੀ ਰੋਟੀ ਚੱਲਦੀ ਪਈ ਹੈ। ਤੇ ਕਈਆਂ ਨੂੰ ਇੰਝ ਲੱਗਦਾ ਪਿਆ ਹੈ ਵੀ ਜੇ ਅਸੀਂ ਨਾ ਹੋਈਏ ਤੇ ਦੁਨੀਆ ਦਾ ਪਤਾ ਨਹੀਂ ਕੀ ਬਣ ਜਾਵੇ। ਮਹਾਰਾਜ ਕਹਿੰਦੇ ਨਹੀਂ, ਅਸਲ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈ। ਆ ਤੁਹਾਡੇ ਸਾਹਮਣੇ ਦੇ ਹਾਲਾਤ ਨੇ, ਕਿੰਨੀਆਂ ਕੈਲਕੂਲੇਸ਼ਨਸ ਗਲਤ ਹੋ ਗਈਆਂ ਨੇ। ਬੰਦਾ ਸੋਚਦਾ ਸੀ ਮੈਂ ਬਹੁਤ ਕੁਝ ਹਾਂ, ਹੁਣ ਵੇਖੋ ਕੀ ਹਾਲਾਤ ਹੋਏ ਪਏ ਨੇ, ਕਿੰਨਾ ਡਰਿਆ ਪਿਆ ਹੈ। ਅਸੀਂ ਅੱਗੇ ਜਾ ਕੇ ਇਸ ਗੱਲ ਨੂੰ ਵਿਚਾਰਾਂਗੇ। ਮਹਾਰਾਜ ਕਹਿੰਦੇ ਨੇ ਵੀ ਅਸਲ ਦੇ ਵਿੱਚ ਕੋਈ ਸਾਡਾ ਮਦਦਗਾਰ ਹੋ ਸਕਦਾ ਹੈ, ਕੋਈ ਸਾਨੂੰ ਰਸਤਾ ਦਿਖਾ ਸਕਦਾ ਹੈ। ਜਿੱਦਾਂ ਦੇ ਅਸੀਂ ਹਾਂ ਉੱਦਾਂ ਦਾ ਉਹ ਹੈ। ਪਰ ਜੇ ਕਹੀਏ ਵੀ ਸਾਡੀ ਜ਼ਿੰਦਗੀ ਦਾ ਦਾਤਾ ਹੀ ਉਹ ਹੈ, ਤੇ ਫਿਰ ਤੇ ਸਭ ਤੋਂ ਵੱਡੀ ਸਾਡੀ ਗਲਤੀ ਹੈ। ਤੂੰ ਮਾਲਕ ਦੇ ਉੱਤੇ ਭਰੋਸਾ ਰੱਖ, ਵਾਹਿਗੁਰੂ ਦੇ ਉੱਤੇ ਭਰੋਸਾ ਰੱਖ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਤੂੰ ਬਿਗਾਨੀ ਆਸ ਛੱਡ ਦੇ ਵੀ ਤੇਰੇ ਲਈ ਕੋਈ ਹੋਰ ਕੁਝ ਕਰਨ ਵਾਲਾ ਹੈ। ਫਿਰ ਕਰਨਾ ਕੀ ਹੈ? ਹਜ਼ੂਰ ਕਹਿੰਦੇ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਭਾਈ ਮਾਲਕ ਦੇ ਨਾਮ ਨੂੰ ਧਿਆਓ। ਸਾਡੀ ਜ਼ਿੰਦਗੀ ਦਾ ਆ ਜਿਹੜਾ ਕਾਰਜ ਹੈ ਨਾ, ਨਾਮ ਜਪਣ ਵਾਲਾ, ਮਾਲਕ ਨੂੰ ਮਿਲਣ ਵਾਲਾ, ਇਹ ਰਾਸ ਆ ਜਾਵੇ। ਬੇਨਤੀ ਕਰ ਦੇਵਾਂ ਆਪ ਜੀ ਦੇ ਅੱਗੇ, ਵੇਖੋ ਸਾਡੇ ਭਾਵੇਂ ਅਸੀਂ ਤੰਦਰੁਸਤ ਹਾਂ, ਸਾਨੂੰ ਮਾਲਕ ਨੇ ਕਿਰਪਾ ਕੀਤੀ। ਅਸੀਂ ਇੱਕ ਗੱਲ ਤੇ ਪੜ੍ਹਦੇ ਹੋਵਾਂਗੇ ਨਾ, ਜਿਹਦੇ ਵਿੱਚ ਇੱਕ ਗੱਲ ਲਿਖੀ ਹੈ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਬਚਨ ਹੈ। ਹਜ਼ੂਰ ਕਹਿੰਦੇ ਜਾਂ ਸੁੱਖ ਤਾਂ ਸ਼ਹਿਰਾਵਿਓ, ਵੀ ਭਾਈ ਜੇ ਜ਼ਿੰਦਗੀ 'ਚ ਸੌਖੇ ਹੋਵਾਂਗੇ ਨਾ, ਵੀ ਅਜੇ ਤੱਕ ਮਾਲਕ ਨੇ ਸਾਨੂੰ ਬਚਾ ਲਿਆ, ਜਿਨ੍ਹਾਂ ਨੂੰ ਬਚਾ ਲਿਆ ਮਾਲਕ ਨੇ, ਵੀ ਅਜੇ ਸਾਨੂੰ ਕੋਈ ਡਰ ਨਹੀਂ, ਅਜੇ ਸਾਨੂੰ ਕੋਈ ਦਿੱਕਤ ਨਹੀਂ, ਸਾਡਾ ਵਧੀਆ ਚੱਲਦਾ ਪਿਆ ਹੈ। ਵੀ ਸਿਹਤ ਵਾਲੇ ਪਾਸੇ ਤੋਂ ਵੀ ਰੱਬ ਨੇ ਸਾਨੂੰ ਤੰਦਰੁਸਤੀ ਦਿੱਤੀ ਹੋਈ ਹੈ। ਨਹੀਂ ਤੇ ਜਿੱਦਾਂ ਦੇ ਹਾਲਾਤ ਨੇ ਆਪਾਂ ਸਾਰੇ ਜਾਣਦੇ ਹਾਂ ਵੀ ਮਨ ਦੇ ਵਿੱਚ ਡਰ ਇੰਨਾ ਬੈਠਾ ਹੈ ਵੀ ਪਤਾ ਨਹੀਂ ਕਦੋਂ ਕੀ ਵਾਪਰ ਜਾਵੇ। ਇੱਕ ਗੱਲ ਹੈ ਤੇ ਮਹਾਰਾਜ ਕਹਿੰਦੇ ਜਾਂ ਸੁੱਖ ਤਾਂ ਸ਼ਹੁਰਾਵਿਓ, ਸ਼ੁਕਰ ਕਰੀਏ ਉਸ ਰੱਬ ਦਾ ਵੀ ਜਿਨਨੇ ਸਾਨੂੰ ਅਜੇ ਤੱਕ ਇਸ ਚੀਜ਼ ਤੋਂ ਬਚਾਇਆ ਹੋਇਆ ਹੈ, ਜਿਸ ਡਰ ਦੇ ਵਿੱਚ ਸਾਰਾ ਸੰਸਾਰ ਪਿਆ ਹੋਇਆ ਹੈ। ਤੇ ਗੁਰੂ ਸਾਹਿਬ ਨੇ ਫਿਰ ਦੂਜਿਆਂ ਦੀ ਗੱਲ ਵੀ ਨਾਲ ਕੀਤੀ ਹੈ, ਦੁੱਖ ਵੀ ਸੰਭਾਲੇ ਹੋਏ। ਤੇ ਜੇ ਕਿਤੇ ਦੁੱਖ ਆ ਵੀ ਗਿਆ ਹੈ, ਦੁੱਖ ਸਦੀਵੀ ਥੋੜਾ ਹੈ, ਵਾਹਿਗੁਰੂ ਬਖਸ਼ ਲਵੇ। ਇਹਨੂੰ ਇਹ ਨਾ ਸਮਝਣਾ ਵੀ ਮੈਂ ਕਿਤੇ ਦਾਅਵੇ ਜੇ ਕਰਦਾ ਪਿਆ ਹਾਂ, ਇਹ ਪਤਾ ਨਹੀਂ ਕਿਹਦੇ ਨਾਲ ਕੀ ਵਾਪਰ ਜਾਵੇ। ਪਰ ਜੇ ਕਿਤੇ ਦੁੱਖ ਆ ਵੀ ਗਿਆ ਹੈ ਜ਼ਿੰਦਗੀ ਦੇ ਵਿੱਚ, ਸਾਡੇ ਕਿੰਨੇ ਜਾਣਕਾਰੀ ਵਾਲੇ ਹੋਣਗੇ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ। ਕਈਆਂ ਨੂੰ ਮਾਲਕ ਨੇ ਤੰਦਰੁਸਤੀ ਦੇ ਦਿੱਤੀ, ਕਈਆਂ ਨੂੰ ਮਾਲਕ ਨੇ ਆਪਣੇ ਭਾਣੇ ਦੇ ਵਿੱਚ ਉਹ ਨਹੀਂ ਤੰਦਰੁਸਤੀ ਹੋਈ, ਕਈਆਂ ਦੀ ਕੀ ਕੀਤਾ ਜਾ ਸਕਦਾ ਸੀ। ਦੁੱਖ ਆ ਵੀ ਗਿਆ ਤੇ ਮਹਾਰਾਜ ਕਹਿੰਦੇ ਉਹਨੂੰ ਦੁੱਖ ਦੇ ਵਿੱਚ ਵੀ ਚੇਤੇ ਕਰਿਓ। ਥੋੜ੍ਹਾ ਜਿਹਾ ਆਪ ਜੀ ਦੇ ਅੱਗੇ ਮੈਂ ਇਸ ਗੱਲ ਦੀ ਬੇਨਤੀ ਕਰ ਦੇਵਾਂ, ਕਿਉਂਕਿ ਅਸਲ ਦੇ ਵਿੱਚ ਜਦੋਂ ਤੇ ਸਾਡੇ ਹਵਸ ਦੇ ਵਿੱਚ ਕੁਝ ਰਹਿ ਹੀ ਨਹੀਂ ਗਿਆ, ਉਦੋਂ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ। ਉਦੋਂ ਤਾਂ ਸਾਡੇ ਵੱਸ ਦੇ ਵਿੱਚ ਕੁਝ ਹੈ ਹੀ ਨਹੀਂ। ਉਦੋਂ ਤਾਂ ਫਿਰ ਬਾਕੀ ਹੈ ਨਾ ਵੀ ਪਰਿਵਾਰ ਸਾਡੇ ਲਈ ਕੀ ਕਰਦਾ ਹੈ, ਵੀ ਉਹਦੀ ਮਰਜ਼ੀ ਹੈ ਵੀ ਅਰਦਾਸ ਕਰਨ ਦੇ ਲਈ ਆ ਜਾਵੇ। ਉਹ ਥੋੜ੍ਹਾ ਜਿਹਾ ਨਾਲ ਜੁੜਿਆ ਹੋਇਆ ਹੈ ਤੇ ਸਾਡੀ ਅਰਦਾਸ ਮੰਗਦਾ ਪਿਆ ਹੈ, ਤੰਦਰੁਸਤੀ ਮੰਗਦਾ ਪਿਆ ਹੈ। ਪਰ ਜੇ ਕਿਤੇ ਜਦੋਂ ਤੱਕ ਸਾਡੇ ਉੱਤੇ ਕੋਈ ਦੁੱਖ ਹੈ ਤੇ ਅਸੀਂ ਕੁਝ ਕਰ ਸਕਦੇ ਹਾਂ, ਤੇ ਵਾਰ-ਵਾਰ ਇਹ ਸੋਚਣ ਦੀ ਬਜਾਏ ਵੀ ਹਾਏ ਮੇਰੇ ਨਾਲ ਆਹ ਕਿੱਦਾਂ ਹੋ ਗਿਆ, ਮੈਂ ਪਤਾ ਨਹੀਂ ਠੀਕ ਹੋਣਾ ਵੀ ਹੈ ਕਿ ਨਹੀਂ। ਕਿਉਂਕਿ ਆਲੇ ਦੁਆਲੇ ਨੈਗੇਟਿਵਿਟੀ ਸਾਡੇ ਇੰਨੀ ਜ਼ਿਆਦਾ ਫੈਲ ਗਈ ਹੈ ਵੀ ਬੰਦੇ ਦੇ ਮਨ ਦੇ ਵਿੱਚ, ਮੈਂ ਅਕਸਰ ਜਿਨ੍ਹਾਂ ਦੇ ਨਾਲ ਵੀ ਗੱਲ ਕਰਦਾ ਪਿਆ ਹਾਂ, ਕਈਆਂ ਦੇ ਕੋਲ ਬੜੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਆਉਂਦੀਆਂ ਪਈਆਂ ਨੇ, ਪਰ ਕਈਆਂ ਦੇ ਲਾਗੇ ਖੁਦ ਵੇਖੋ ਤੁਸੀਂ, ਦੋ ਗੱਲਾਂ ਕਰੋ ਤੇ ਬੰਦੇ ਨੂੰ ਤੀਜੀ ਵਾਰ ਲੱਗਣ ਲੱਗ ਪੈਂਦਾ ਵੀ ਸ਼ਾਇਦ ਖਰੇ ਮੈਂ ਵੀ ਬਿਮਾਰ ਹੀ ਹਾਂ। ਇਹ ਗੱਲ ਹੈ ਅਸਲ ਦੇ ਵਿੱਚ। ਜੇ ਕਿਤੇ ਸਾਡੇ ਕੋਲ ਤਾਕਤ ਹੈ, ਮਾਲਕ ਨੇ ਤੰਦਰੁਸਤੀ ਬਖਸ਼ੀ ਹੈ, ਜਾਂ ਕਿਤੇ ਬਿਮਾਰੀ ਆ ਵੀ ਗਈ ਹੈ ਸਾਡੇ ਕੋਲ, ਤੇ ਵੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ। ਕਹਿੰਦੇ ਦੁੱਖ ਵੀ ਸੰਭਾਲੇ ਹੋਏ। ਦੁੱਖ ਹੈ ਤੇ ਬਿਮਾਰੀ ਨੂੰ ਵਾਰ-ਵਾਰ ਚੇਤੇ ਕਰਨ ਦੀ ਬਜਾਏ, ਉਹਨੂੰ ਹੀ ਵਾਰ-ਵਾਰ ਸਿਮਰਨ ਕਰਨ ਦੀ ਬਜਾਏ ਵੀ ਹਾਏ ਬਿਮਾਰੀ ਆ ਗਈ, ਹਾਏ ਪਤਾ ਨਹੀਂ ਕੀ ਬਣਨਾ ਹੈ। ਸਤਿਗੁਰੂ ਕਹਿੰਦੇ ਨੇ ਤੁਸੀਂ ਰੱਬ ਨੂੰ ਕਿਉਂ ਨਹੀਂ ਚੇਤੇ ਕਰਦੇ? ਕਿੰਨਾ ਸੌਖਾ ਕੰਮ ਹੈ ਨਾ। ਵੇਖੋ ਵਾਹਿਗੁਰੂ ਤੰਦਰੁਸਤੀਆਂ ਦੇਵੇ। ਮੈਂ ਫੇਰ ਕਹਿ ਦੇਵਾਂ, ਮਹਾਰਾਜ ਨੇ ਇਹੀ ਗੱਲ ਸਮਝਾਈ ਹੈ ਵੀ ਮਾਲਕ ਦੇ ਨਾਲ ਜੁੜ ਜਾਓ। ਕੁਝ ਨਹੀਂ ਸਾਨੂੰ ਇੰਝ ਲੱਗੇ ਵੀ ਮੈਂ ਬੈਠ ਕੇ ਪਾਠ ਨਹੀਂ ਕਰ ਸਕਦਾ, ਮੇਰੀ ਹਾਲਤ ਇੱਦਾਂ ਦੀ ਨਹੀਂ, ਥਕਾਵਟ ਜ਼ਿਆਦਾ ਹੋ ਜਾਂਦੀ ਹੈ, ਮੈਨੂੰ ਇੰਝ ਲੱਗਦਾ ਹੋਵੇ, ਤੇ ਪਰ ਕੀ ਕੀਤਾ ਜਾ ਸਕਦਾ ਹੈ? ਆਪਣੇ ਲਾਗੇ ਮੋਬਾਈਲ ਚਲਾਓ, ਪਾਠ ਸੁਣ ਲਓ,
ਆਪਣੇ ਲਾਗੇ ਮੋਬਾਈਲ ਚਲਾਓ, ਕਿੰਨੇ ਪਾਠ ਨੇ। ਸੁਖਮਨੀ ਸਾਹਿਬ ਦਾ ਪਾਠ ਸੁਣਿਆ ਜਾ ਸਕਦਾ ਹੈ, ਵਾਹਿਗੁਰੂ ਦਾ ਸਿਮਰਨ ਸੁਣਿਆ ਜਾ ਸਕਦਾ ਹੈ, ਉਹ ਵਿਚਾਰ ਸੁਣੀ ਜਾ ਸਕਦੀ ਹੈ ਜਿਹਦੇ ਵਿੱਚ ਚੜ੍ਹਦੀ ਕਲਾ ਦੀ ਗੱਲ ਹੋਵੇ। ਅਸੀਂ ਸੁਣ ਕੇ ਵੀ ਠੀਕ ਹੋ ਜਾਵਾਂਗੇ। ਪਰ ਜੇ ਇਹੀ ਕੁਝ ਕਰਦੇ ਰਹੇ ਨਾ ਵੀ ਹਾਏ ਬਿਮਾਰੀ ਦੇ ਬਾਰੇ ਸੋਚੀ ਗਏ, ਤੇ ਫਿਰ ਕੀ ਹੁੰਦਾ ਹੈ ਵੀ ਬੰਦਾ ਹੋਰ ਬਿਮਾਰ ਹੋਣ ਵਾਲੇ ਪਾਸੇ ਤੁਰ ਪੈਂਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਇਹ ਇੱਦਾਂ ਕਹਿ ਲਈਏ ਵੀ ਬੰਦਾ ਜਿਹੜਾ ਹੈ ਉਹ ਇਹ ਕਵੇ ਵੀ ਬਸ ਮੈਨੂੰ ਦਵਾਈ ਦੀ ਲੋੜ ਨਹੀਂ, ਪਰ ਇੱਕ ਖਿਆਲ ਹੈ ਵੀ ਸਿਰਫ ਆਪਣੇ ਆਪ ਨੂੰ ਚਿੰਤਾ ਦੇ ਵਿੱਚ ਹੀ ਪਾਈ ਜਾਣਾ। ਮਹਾਰਾਜ ਕਹਿੰਦੇ ਜੇ ਭਾਈ ਸੁੱਖ ਹੈ ਤੇ ਸੁੱਖ ਦੇ ਵਿੱਚ ਸ਼ੁਕਰਾਨਾ ਕਰੀਏ ਉਹਦਾ, ਤੇ ਜੇ ਕਿਤੇ ਦੁੱਖ ਆ ਵੀ ਗਿਆ ਹੈ ਤੇ ਦੁੱਖ ਵੀ ਸੰਭਾਲੇ ਹੋਏ, ਦੁੱਖ ਦੇ ਵਿੱਚ ਵੀ ਉਹਨੂੰ ਚੇਤੇ ਕਰਿਓ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਪਏ ਨੇ ਹਰ ਜੇਠ ਜੁੜਨ ਦਾ ਲੋਹੜੀ ਹੈ। ਭਾਈ ਜੇਠ ਦੇ ਮਹੀਨੇ ਦੇ ਵਿੱਚ ਉਸ ਮਾਲਕ ਦੇ ਅੱਗੇ ਜੁੜਨਾ ਚਾਹੀਦਾ ਹੈ, ਉਸ ਮਾਲਕ ਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਭ ਨਿਵਨ। ਦੇਖੋ ਨਾ, ਅਸੀਂ ਬਿਮਾਰ ਹੋਏ ਤੇ ਕਿਹਨਾਂ ਦੇ ਕੋਲ ਗਏ? ਡਾਕਟਰਾਂ ਦੇ ਕੋਲ। ਮਾਲਕ ਉਹਨਾਂ ਨੂੰ ਵੀ ਤੰਦਰੁਸਤੀਆਂ ਦੇਵੇ। ਵੇਖੋ ਕਿਹੋ ਜਿਹੀ ਹਾਲਤ ਦੇ ਵਿੱਚ ਉਹ ਪੈਂਦੇ ਨੇ। ਤੁਸੀਂ ਕਦੀ ਇਸ ਗੱਲ ਨੂੰ ਆਪਾਂ ਮਹਿਸੂਸ ਕਰਦੇ ਹੋਵਾਂਗੇ, ਮੇਰੇ ਨਾਲੋਂ ਜ਼ਿਆਦਾ ਵਿਚਰੇ ਹੋ ਤੁਸੀਂ। ਮੈਂ ਤਾਂ ਚਲੋ ਫਿਰ ਵੀ ਹੁਣ ਪਿੱਛੇ ਜੇ ਫਿਰ ਪੈਂਦੀ ਸੀ, ਕੋਈ ਏਡੀ ਗੱਲ ਨਹੀਂ ਸੀ, ਤੰਦਰੁਸਤੀ ਦਿੱਤੀ। ਕਿੰਨੀ ਸਟ੍ਰੈਸ ਹੁੰਦੀ ਹੈ ਇਸ ਗੱਲ ਦੀ, ਜਿੰਨਿਆਂ ਕੁ ਨੂੰ ਮੈਂ ਸੁਣਿਆ। ਅਸੀਂ ਇੱਕ ਗੱਲ ਨੂੰ ਵੇਖਦੇ ਹਾਂ, ਚਲੋ ਇਹ ਵੀ ਪਾਸੇ ਅੱਜ ਸ਼ੁਰੂ ਹੋ ਗਏ, ਤੇ ਇਹ ਨਾ ਸੋਚਣਾ ਵੀ ਬਿਮਾਰੀ ਦੀਆਂ ਗੱਲਾਂ ਨੇ, ਪਰ ਇਹਨੂੰ ਸੋਚ ਕੇ ਵੇਖਿਓ ਕਦੀ ਇਸ ਗੱਲ ਨੂੰ ਵੀ ਕੋਈ ਜਿੱਦਾਂ ਦਿੱਲੀ ਦੇ ਹਾਲਾਤ ਸੀ ਵੀ ਬੈੱਡ ਨਹੀਂ ਮਿਲਦੇ ਪਏ ਲੋਕਾਂ ਨੂੰ, ਅਸੀਂ ਸਾਰਿਆਂ ਨੇ ਸੁਣਿਆ। ਉਹਦੇ ਵਿੱਚੋਂ ਕਿੰਨੀ ਨੈਗੇਟਿਵਿਟੀ ਲੋਕਾਂ ਦੇ ਮਨ ਦੇ ਵਿੱਚ ਆਉਂਦੀ ਹੈ ਨਾ ਵੀ ਡਾਕਟਰ ਚੰਗਾ ਨਹੀਂ ਕਰਦੇ ਪਏ, ਡਾਕਟਰ ਉਹ ਨਹੀਂ ਕਰਦੇ ਪਏ, ਕਿੰਨਾ ਸੁਣਦੇ ਹਾਂ। ਪਰ ਜਿੰਨੇ ਕੁ ਸਾਡੇ ਜਾਣਕਾਰੀ ਦੇ ਵਿੱਚ ਡਾਕਟਰ ਹੋਣਗੇ, ਉਹਨਾਂ ਦੇ ਵਿੱਚੋਂ ਕਦੀ ਉਹਨਾਂ ਦੇ ਜੀਵਨ ਨੂੰ ਪੜਚੋਲ ਕੇ ਵੇਖਾਂਗੇ ਵੀ ਸਾਰੇ ਹੀ ਇੱਦਾਂ ਦੇ ਨੇ? ਸਾਰੇ ਤੇ ਇੱਦਾਂ ਦੇ ਨਹੀਂ ਨੇ। ਕਿੰਨੀਆਂ ਮਿਹਨਤਾਂ ਕੀਤੀਆਂ, ਇਹੋ ਜਿਹੇ ਡਾਕਟਰ ਵੀ ਨੇ ਜਿਨ੍ਹਾਂ ਦਾ ਮਨ ਖਰਾਬ ਹੋ ਜਾਂਦਾ ਵੀ ਸਾਡੇ ਕੋਲੋਂ ਕੁਝ ਬਣਦਾ ਨਹੀਂ ਪਿਆ। ਔਰ ਵੇਖੋ ਜਿਹੜਾ 8 ਘੰਟੇ 10 ਘੰਟੇ ਲਗਾਤਾਰ ਜੌਬ ਕਰਕੇ ਜਦੋਂ ਆਪਣੇ ਘਰ ਦੇ ਵਿੱਚ ਜਾਂਦਾ ਹੋਵੇਗਾ, ਕਿੰਨੇ ਮਰੀਜ਼ ਉਹਨੇ ਆਪਣੀਆਂ ਅੱਖਾਂ ਦੇ ਨਾਲ ਇੱਦਾਂ ਦੇ ਵੇਖੇ, ਤੇ ਕਿੰਨੀ ਸਟ੍ਰੈਸ ਲੈ ਕੇ ਜਾਂਦਾ ਹੋਵੇਗਾ ਨਾ ਆਪਣੇ ਘਰ ਦੇ ਵਿੱਚ। ਤੇ ਮੈਂ ਕਹਿੰਦਾ ਵੀ ਧੰਨ ਨੇ ਜਿਹੜੇ ਲਗਾਤਾਰ ਅਜੇ ਵੀ ਇਸ ਡਿਊਟੀ ਦੇ ਵਿੱਚ ਲੱਗੇ ਹੋਏ ਨੇ, ਵੀ ਇੰਨੀ ਸਟ੍ਰੈਸ ਦੇ ਬਾਵਜੂਦ ਵੀ ਜਿਹੜੇ ਇਲਾਜ ਨੂੰ ਹੱਥ ਪਾ ਲੈਂਦੇ ਨੇ। ਉਹ ਘੱਟ ਨਹੀਂ ਹੈ ਉਹਨਾਂ ਦੀ ਸੇਵਾ ਕੋਈ। ਮਾਲਕ ਉਹਨਾਂ ਨੂੰ ਵੀ ਤੰਦਰੁਸਤੀਆਂ ਦੇਵੇ, ਕਿਉਂਕਿ ਬਹੁਤੇ ਠੀਕ ਹੈ ਸਰੀਰਕ ਬਿਮਾਰੀ ਆਪਣੇ ਥਾਂ ਦੇ ਉੱਤੇ ਹੈ, ਪਰ ਜਿਹੜੀ ਮਾਨਸਿਕ ਬਿਮਾਰੀ ਉਹਨਾਂ ਨੂੰ ਜਾ ਕੇ ਫਿਰ ਘੇਰਦੀ ਹੈ ਨਾ, ਉਹ ਜ਼ਿਆਦਾ ਦਿੱਕਤ ਪੈਦਾ ਕਰਦੀ ਹੈ। ਸਤਿਗੁਰੂ ਕਹਿੰਦੇ ਨੇ ਵੀ ਵੇਖੋ ਅਸੀਂ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਗਏ ਡਾਕਟਰਾਂ ਦੇ ਕੋਲ, ਵੀ ਡਾਕਟਰ ਇਲਾਜ ਕਰ ਦੇਵੇ, ਮਾਲਕ ਉਹਨਾਂ ਦੇ ਹੱਥ ਦੇ ਵਿੱਚ ਤੰਦਰੁਸਤੀ ਦੇਵੇ ਤੇ ਅਸੀਂ ਠੀਕ ਹੋ ਜਾਈਏ। ਪਰ ਜਦੋਂ ਡਾਕਟਰ ਨੂੰ ਕੋਈ ਬਿਮਾਰੀ ਆ ਕੇ ਘੇਰਦੀ ਹੈ, ਡਾਕਟਰ ਦਾ ਜਦੋਂ ਮਨ ਖਰਾਬ ਹੁੰਦਾ ਹੈ ਇਹਨਾਂ ਚੀਜ਼ਾਂ ਤੋਂ ਵੇਖ ਕੇ, ਫਿਰ ਉਹ ਕੀ ਕਰਦਾ ਹੈ? ਉਹ ਮਾਲਕ ਦੇ ਅੱਗੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ, ਜੇ ਤੂੰ ਮੈਨੂੰ ਮੌਕਾ ਬਖਸ਼ਿਆ ਹੈ ਨਾ, ਤੇ ਫਿਰ ਕਿਰਪਾ ਕਰੀ ਮੈਂ ਵੀ ਤੰਦਰੁਸਤ ਰਵਾਂ ਤੇ ਮੈਂ ਬਾਕੀਆਂ ਨੂੰ ਵੀ ਤੰਦਰੁਸਤ ਕਰ ਸਕਾਂ। ਕਿ ਉਹਨਾਂ ਨੇ ਅਰਦਾਸਾਂ ਨਹੀਂ ਕੀਤੀਆਂ? ਉਹਨਾਂ ਨੇ ਵੀ ਮਾਲਕ ਦੇ ਅੱਗੇ ਅਰਦਾਸਾਂ ਕੀਤੀਆਂ। ਹਜ਼ੂਰ ਕਹਿੰਦੇ ਨੇ ਭਾਈ ਉਹਦੇ ਨਾਲ ਜੁੜ ਜਾਓ ਜਿਹਦੇ ਅੱਗੇ ਸਾਰੇ ਝੁਕਦੇ ਨੇ, ਜਿਹਦੇ ਨਾਲ ਸਾਰੇ ਜੁੜੇ ਹੋਏ ਨੇ। ਤੇ ਹਜ਼ੂਰ ਨੂੰ ਪੁੱਛਿਆ ਜੀ ਇੱਦਾਂ ਕਿਉਂ ਹੋਵੇਗਾ? ਤੇ ਮਹਾਰਾਜ ਕਹਿੰਦੇ ਭਾਈ ਹਰ ਸੱਜਣ ਦਾਮਣ ਲੱਗਿਆਂ ਕਿਸੇ ਨਾ ਦੇਈ ਬੰਨ। ਦਾਮਣ ਦਾ ਅਰਥ ਹੁੰਦਾ ਹੈ ਪੱਲਾ। ਜਿੱਦਾਂ ਬਹੁਤ ਜ਼ਿਆਦਾ ਕਿਤੇ ਹਨੇਰੀ ਆ ਰਹੀ ਹੋਵੇ ਤੇ ਅਸੀਂ ਭੱਜ ਕੇ ਕਿਹਦਾ ਆਸਰਾ ਲਵਾਂਗੇ? ਦੀਵਾਰ ਦਾ, ਵੀ ਸਾਨੂੰ ਕੋਈ ਨੁਕਸਾਨ ਨਾ ਹੋ ਜਾਵੇ। ਪੰਛੀ ਨੂੰ ਵਾਰ-ਵਾਰ ਕੋਈ ਦੂਸਰੇ ਪੰਛੀ ਆ ਕੇ ਤੰਗ ਕਰਦੇ ਨੇ ਤੇ ਉਹ ਕੀ ਕਰਦਾ ਹੈ? ਪਿੰਜਰੇ ਦਾ ਆਸਰਾ ਰਹਿ ਲੈਂਦਾ ਹੈ। ਮੈਂ ਸਵੇਰੇ ਉਦਾਹਰਣ ਬੋਲੀ ਸੀ ਵੀ ਅਕਸਰ ਬੱਚਾ ਕਿਸੇ ਚੀਜ਼ ਤੋਂ ਡਰ ਜਾਵੇ, ਕੋਈ ਉਹਦੇ ਸਾਹਮਣੇ ਮੁਸ਼ਕਲ ਆ ਜਾਵੇ, ਕੁਝ ਵੀ ਉਹਨੂੰ ਹੋ ਜਾਵੇ, ਤਾਂ ਸਭ ਤੋਂ ਪਹਿਲਾਂ ਕੀ ਕਰਦਾ ਹੈ? ਆਪਣੀ ਮਾਤਾ ਦੀ ਗੋਦੀ ਦੇ ਵਿੱਚ ਆ ਕੇ ਬੈਠ ਜਾਂਦਾ ਹੈ। ਕਿਉਂਕਿ ਡਰ ਲੱਗਾ ਤੇ ਮਾਤਾ ਦੇ ਪੱਲੇ ਦੇ ਵਿੱਚ ਆ ਕੇ ਬੈਠ ਗਿਆ। ਮਹਾਰਾਜ ਕਹਿੰਦੇ ਨੇ ਭਾਈ ਇੱਦਾਂ ਹੀ ਹਰ ਸੱਜਣ ਦਾਵਣ ਲੱਗਿਆਂ, ਜੇ ਵਾਹਿਗੁਰੂ ਦੇ ਪੱਲੇ ਦੇ ਨਾਲ ਲੱਗ ਜਾਈਏ ਨਾ, ਕਿਸੇ ਨਾ ਦੇਈ ਬੰਨ, ਫਿਰ ਰੱਬ ਇੰਨੀ ਕਿਰਪਾ ਕਰਦਾ ਹੈ, ਕਿਸੇ ਵੀ ਵਿਕਾਰ ਨੂੰ ਬੰਨਣ ਨਹੀਂ ਦਿੰਦਾ ਸਾਨੂੰ। ਫਿਰ ਕੋਈ ਵੀ ਨੈਗੇਟਿਵਿਟੀ ਆ ਕੇ ਸਾਨੂੰ ਤੰਗ ਨਹੀਂ ਕਰ ਸਕਦੀ। ਫਿਰ ਕੋਈ ਵੀ ਮਾੜਾ ਖਿਆਲ ਆ ਕੇ ਸਾਨੂੰ ਡਰਾ ਨਹੀਂ ਸਕਦਾ। ਵੀ ਮਨ ਦੇ ਵਿੱਚ ਇੰਨਾ ਸਹਿਮ ਬੈਠ ਗਿਆ, ਇੰਨਾ ਡਰ ਬੈਠ ਗਿਆ ਵੀ ਤੰਦਰੁਸਤ ਬੰਦੇ ਨੂੰ ਵੀ ਇੰਝ ਲੱਗੀ ਜਾਵੇ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ। ਇੰਨਾ ਮਨ ਦੇ ਵਿੱਚ ਡਰ ਆ ਕੇ ਬੈਠ ਗਿਆ ਵੀ ਅੰਦਰੋਂ ਅੰਦਰ ਦੀ ਜਿਹੜੀ ਈਰਖਾ ਹੈ ਉਹ ਸਾੜੀ ਜਾਂਦੀ ਹੈ। ਮਹਾਰਾਜ ਕਹਿੰਦੇ ਈਰਖਾ ਫਿਰ ਬੰਦ ਨਹੀਂ ਸਕੇਗੀ, ਕਿਸੇ ਨਾ ਦੇਈ ਬੰਨ। ਤੇ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਮੈਂ ਇਸ ਕਰਕੇ ਇਹਨਾਂ ਸ਼ਬਦਾਂ ਨੂੰ ਬੇਨਤੀ ਕਰਦਾ ਪਿਆ ਹਾਂ ਵੀ ਸਮਾਂ ਮਿਲੇ, ਚਾਹੇ ਬਾਅਦ ਦੇ ਵਿੱਚ ਵੀ ਆਪ ਜੀ ਨੇ ਪੁੱਛ ਲੈਣਾ ਜੇ ਨਹੀਂ ਪਤਾ। ਵੈਸੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹ ਸ਼ਬਦ ਪਤਾ ਨੇ। ਆਪਾਂ ਸ਼ਬਦ ਪੜ੍ਹਦੇ ਹਾਂ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ।
ਚਉ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਵੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਨਾ ਸਾਡੇ ਉੱਤੇ। ਜਿੰਨਾ ਦਿਨ ਦੇ ਵਿੱਚ ਜਿੰਨੀ ਵਾਰ ਮਰਜ਼ੀ ਪੜ੍ਹ ਲਓ ਸ਼ਬਦ। ਤਤੀਵਾ ਦਾ ਮੁਹਾਵਰਾ ਹੈ ਨਾ ਸਾਡੇ ਵਿੱਚ ਬੋਲਿਆ ਜਾਂਦਾ ਵੀ ਠੰਡੀ ਹਵਾ ਚੱਲਦੀ ਹੋਵੇ ਤੇ ਸਕੂਨ ਦਿੰਦੀ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਾਹਰ ਦੀ ਤੱਤੀ ਹਵਾ ਚੱਲਦੀ ਹੈ ਤੇ ਵੇਖੋ ਗਰਮ ਹਵਾ ਚੱਲਦੀ ਹੈ ਤੇ ਲੂ ਲੱਗ ਜਾਂਦੀ ਹੈ ਬੰਦੇ ਨੂੰ। ਇੱਦਾਂ ਸਤਿਗੁਰੂ ਕਹਿੰਦੇ ਨੇ ਵੀ ਮਨ ਦੇ ਵਿੱਚ ਕੋਈ ਖਿਆਲ ਪੈਦਾ ਹੋਵੇ ਤੇ ਜੇ ਅਸੀਂ ਵਾਹਿਗੁਰੂ ਦੇ ਸ਼ਰਨ ਦੇ ਵਿੱਚ ਹਾਂ ਤੇ ਫਿਰ ਸਾਨੂੰ ਤੱਤੀ ਵਾਵ ਨਹੀਂ ਲੱਗ ਸਕਦੀ। ਕਿਉਂ? ਚਉ ਗਿਰਦ ਹਮਾਰੇ ਰਾਮ ਕਾਰ। ਮੰਨਿਆ ਜਾਂਦਾ ਨਾ, ਆਪ ਜੀ ਨੇ ਇਤਿਹਾਸ ਦੇ ਵਿੱਚ ਗਾਥਾ ਪੜ੍ਹੀ ਵੀ ਸੀਤਾ ਜਿਹੜੀ ਹੈ ਉਹਨਾਂ ਦੇ ਆਲੇ ਦੁਆਲੇ ਇੱਕ ਲਕੀਰ ਬਣਾ ਦਿੱਤੀ ਗਈ, ਜਿਹਨੂੰ ਲਕਸ਼ਮਣ ਰੇਖਾ ਕਿਹਾ ਜਾਂਦਾ ਹੈ। ਉਹ ਕੀ ਸੀ ਵੀ ਜਦੋਂ ਤੱਕ ਉਹ ਉਹਦੇ ਅੰਦਰ ਹੈ ਉਦੋਂ ਤੱਕ ਸੇਫ ਹੈ। ਹੁਣ ਰਾਮਕਾਰ ਦਾ ਮਤਲਬ, ਕਾਰ ਦਾ ਮਤਲਬ ਹੋ ਗਿਆ ਲਕੀਰ, ਰਾਮਕਾਰ ਦਾ ਮਤਲਬ ਹੋ ਗਿਆ ਵੀ ਰੱਬ ਦਾ ਓਰਾ ਸਾਡੇ ਆਲੇ ਦੁਆਲੇ ਹੈ। ਅਸੀਂ ਜੋ ਸੋਚਦੇ ਹਾਂ, ਜੋ ਬੋਲਦੇ ਹਾਂ, ਜੋ ਸਾਰਾ ਦਿਨ ਕਰਦੇ ਪਏ ਹਾਂ, ਉਹਦਾ ਸਾਡੇ ਆਲੇ ਦੁਆਲੇ ਓਰਾ ਹੈ। ਤੇ ਜੇ ਸਾਡੇ ਕੋਲ ਹੈ ਹੀ ਨੈਗੇਟਿਵਿਟੀ ਹੈ ਤੇ ਫਿਰ ਵੇਖੋ ਬਾਹਰ ਦੀ ਨੈਗੇਟਿਵਿਟੀ ਵੀ ਸਾਨੂੰ ਆ ਕੇ ਫੜਦੀ ਹੈ। ਇਹਨੂੰ ਅਸੀਂ ਪਹਿਲਾਂ ਕਈ ਵਾਰ ਵਿਚਾਰ ਚੁੱਕੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਕੀ ਹੈ? ਚਉ ਗਿਰਦ। ਚੌਗਿਰਦੇ ਦੇ ਵਿੱਚ ਸਾਡੇ ਆਲੇ ਦੁਆਲੇ ਹੀ ਨੈਗੇਟਿਵਿਟੀ ਹੈ ਹੀ ਨਹੀਂ। ਚੌਗਿਰਦ ਹਮਾਰੇ ਰਾਮਕਾਰ ਭਾਈ, ਸਾਡੇ ਆਲੇ ਦੁਆਲੇ ਰੱਬ ਦਾ ਆਸਰਾ ਹੈ। ਤੇ ਫਿਰ ਕੀ ਹੁੰਦਾ ਹੈ? ਦੁੱਖ ਲੱਗੈ ਨਾ ਭਾਈ। ਭਾਈ ਦੁੱਖ ਲੱਗ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਇੱਕ ਹੋਰ ਸ਼ਬਦ ਬੋਲਿਆ, ਗੁਰ ਕਾ ਸ਼ਬਦ ਰਖਵਾਰੇ। ਗੁਰੂ ਦਾ ਸ਼ਬਦ ਸਾਡੀ ਰਖਵਾਲੀ ਕਰਨ ਵਾਲਾ ਹੈ। ਤੇ ਕੀ ਹੈ? ਚੌਕੀ ਚੌਗਿਰਦ ਹਮਾਰੇ। ਸਾਡੇ ਆਲੇ ਦੁਆਲੇ ਉਸ ਸ਼ਬਦ ਦਾ ਆਸਰਾ ਹੈ। ਸਾਨੂੰ ਡਰ ਨਹੀਂ ਹੈ ਕਿਸੇ ਚੀਜ਼ ਦਾ। ਇਹਦਾ ਮਤਲਬ ਇਹ ਨਾ ਸਮਝ ਲਿਓ, ਮਾਫ ਕਰਨਾ, ਵੀ ਸਾਨੂੰ ਧਿਆਨ ਨਹੀਂ ਰੱਖਣਾ ਚਾਹੀਦਾ, ਪਰ ਮਾਲਕ ਨੇ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਰੱਖਣਾ ਹੈ। ਹਜ਼ੂਰ ਕਹਿੰਦੇ ਭਾਈ, ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ। ਜੇ ਮਾਲਕ ਦੇ ਪੱਲੇ ਦੇ ਨਾਲ ਜੁੜ ਗਏ ਨਾ ਤੇ ਫਿਰ ਵਾਹਿਗੁਰੂ ਕਿਰਪਾ ਕਰਦਾ ਹੈ, ਕੋਈ ਵੀ ਚੀਜ਼ ਸਾਨੂੰ ਬੰਨ ਨਹੀਂ ਸਕਦੀ, ਫਸਾ ਨਹੀਂ ਸਕਦੀ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾ ਹੀ ਸੰਨ। ਸੰਨ ਦਾ ਮਤਲਬ ਹੁੰਦਾ ਹੈ ਇੱਕ ਛੋਟਾ ਹੋਲ ਜੋ ਚੋਰੀ ਕਰਨ ਦੇ ਲਈ ਚੋਰ ਵਰਤਦੇ ਹੁੰਦੇ ਸੀ। ਉਹਨਾਂ ਨੇ ਸਾਰੀ ਦੀਵਾਰ ਨੂੰ ਕੁਝ ਨਹੀਂ ਕਰਨਾ, ਇੱਕ ਛੋਟਾ ਜਿਹਾ ਹੋਲ ਕਰ ਦੇਣਾ, ਉਹਦੇ ਵਿੱਚੋਂ ਦੀ ਬੰਦਾ ਨਿਕਲ ਜਾਂਦਾ ਸੀ। ਜਿੰਨੀਆਂ ਕੀਮਤੀ ਚੀਜ਼ਾਂ ਹੋਣੀਆਂ ਉਹਨੇ ਉਸ ਹੋਲ ਥਾਣੀ ਪਾਸ ਕਰ ਦੇਣੀਆਂ ਬਾਹਰ, ਤੇ ਆਪ ਵੀ ਬਾਹਰ ਨਿਕਲ ਕੇ ਆ ਜਾਣਾ। ਤੇ ਜਦੋਂ ਸਵੇਰੇ ਵੇਖਣਾ ਵੀ ਘਰ ਦੀ ਕੋਈ ਦੀਵਾਰ ਵੀ ਨਹੀਂ ਟੁੱਟੀ, ਬਸ ਆਹ ਛੋਟਾ ਜਿਹਾ ਇੱਕ ਹੋਲ ਹੋਇਆ ਹੈ ਤੇ ਉਹਦੇ ਰਾਹੀਂ ਸਾਰਾ ਕੁਝ ਚੋਰੀ ਹੋ ਗਿਆ। ਉਹਨੂੰ ਕਿਹਾ ਜਾਂਦਾ ਸੀ ਸੰਨ ਲੱਗਣੀ। ਮਹਾਰਾਜ ਕਹਿੰਦੇ ਰੱਬ ਦਾ ਨਾਮ ਇੱਦਾਂ ਦਾ ਹੈ ਜਿਹਨੂੰ ਸੰਨ ਨਹੀਂ ਲੱਗ ਸਕਦੀ। ਜਿਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਜਪਜੀ ਸਾਹਿਬ ਯਾਦ ਹੋ ਗਿਆ, ਤੇ ਮੈਂ ਕਹਿ ਦੇਵਾਂ ਗੁਟਕਾ ਸਾਹਿਬ ਕਿਤੇ ਰਹਿ ਜਾਵੇ ਤਾਂ ਜਪਜੀ ਸਾਹਿਬ ਥੋੜ੍ਹਾ ਰਹਿ ਜਾਂਦਾ। ਸਵੇਰੇ ਵੀ ਮੈਂ ਬੇਨਤੀ ਕੀਤੀ ਸੀ, ਅਸੀਂ ਡਿਗਰੀਆਂ ਵਾਲੇ ਹਾਂ, ਪੜ੍ਹੇ ਲਿਖੇ ਹੋਵਾਂਗੇ, ਤੇ ਜੇ ਕਿਤੇ ਨਾ ਕਰੇ ਕਿਤੇ ਜਾਂਦਿਆਂ ਆਉਂਦਿਆਂ ਸਾਡੀਆਂ ਡਿਗਰੀਆਂ ਗੁੰਮ ਹੋ ਜਾਣ ਤੇ ਕੀ ਸਾਡੀ ਪੜ੍ਹਾਈ ਵੀ ਗੁੰਮ ਹੋ ਜਾਂਦੀ ਹੈ? ਪੜ੍ਹਾਈ ਤੇ ਸਾਡੀ ਸਾਡੇ ਕੋਲ ਹੀ ਰਹਿੰਦੀ ਹੈ ਨਾ। ਪੜ੍ਹਾਈ ਤੇ ਗੁੰਮ ਨਹੀਂ ਹੋ ਗਈ, ਮੇਰੇ ਸਰਟੀਫਿਕੇਟ ਡਿੱਗ ਪਏ ਨੇ ਕਿਤੇ, ਤਾਂ ਨਾਲ ਪੜ੍ਹਾਈ ਵੀ ਡਿੱਗ ਪਈ ਹੈ। ਹਜ਼ੂਰ ਕਹਿੰਦੇ ਮਾਲਕ ਦਾ ਨਾਮ ਇੱਦਾਂ ਦਾ ਹੈ, ਮਾਣਕ ਮੋਤੀ ਨਾਮ ਪ੍ਰਭ। ਪ੍ਰਭੂ ਦਾ ਨਾਮ ਮੋਤੀਆਂ ਦੇ ਵਰਗਾ ਹੈ। ਜਿੱਦਾਂ ਲੋਕ ਗਹਿਣੇ ਸੰਭਾਲ ਕੇ ਰੱਖਦੇ ਨੇ ਨਾ, ਇੱਦਾਂ ਨਾਮ ਸੰਭਾਲਣ ਵਾਲਾ ਹੈ, ਇੱਦਾਂ ਬਾਣੀ ਸੰਭਾਲਣ ਵਾਲੀ ਚੀਜ਼ ਹੈ। ਉਨ ਲੱਗੈ ਨਾ ਹੀ ਸੰਨ ਭਾਈ, ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਰੰਗ ਸਭੇ ਨਾਰਾਇਣ ਹੈ। ਤੇ ਫਿਰ ਜਿਨ੍ਹਾਂ ਦੇ ਪੱਲੇ ਇਹ ਮਾਲਕ ਦਾ ਨਾਮ ਹੈ, ਉਹਨਾਂ ਨੂੰ ਫਿਰ ਕੀ ਹੈ? ਜੇਤੇ ਮਨ ਪਾਵਨ। ਆਪਣੀ ਖੁਦ ਦੀ ਚਿੰਤਨ ਦੇ ਵਿੱਚ, ਆਪਣੇ ਖੁਦ ਦੇ ਖਿਆਲਾਂ ਦੇ ਵਿੱਚ ਇਸ ਗੱਲ ਨੂੰ ਸੋਚ ਕੇ ਵੇਖਣਾ। ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ। ਜੋ ਆਲੇ ਦੁਆਲੇ ਸਾਡੇ ਵਾਪਰਦਾ ਹੈ ਉਹਨੂੰ ਅਸੀਂ ਕਿੱਦਾਂ ਲੈਂਦੇ ਹਾਂ? ਵੀ ਸਾਨੂੰ ਗੁੱਸਾ ਆਉਂਦਾ ਹੈ ਵੀ ਆ ਕੀ ਵਾਪਰੀ ਜਾ ਰਿਹਾ ਮੇਰੇ ਆਲੇ ਦੁਆਲੇ, ਕਿ ਜਾਂ ਸਾਨੂੰ ਆਪਣੇ ਆਪ ਦੇ ਵਿੱਚ ਹੀ ਫਰਸਟ੍ਰੇਸ਼ਨ ਜੀ ਪੈਦਾ ਹੋਈ ਜਾ ਰਹੀ ਆ ਵੀ ਉਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਆਹ ਕਿਉਂ ਹੋ ਗਿਆ, ਆਹ ਕਿਉਂ ਨਹੀਂ ਹੋ ਰਿਹਾ। ਇੱਦਾਂ ਨਾ ਵੀ ਜਿੱਦਾਂ ਹਰ ਇੱਕ ਚੀਜ਼ ਤੋਂ ਨਾਰਾਜ਼ ਜੇ ਬੰਦੇ ਤੁਸੀਂ ਵੇਖੋਗੇ ਵੀ ਜੋ ਹੋ ਰਿਹਾ ਉਹਨਾਂ ਨੂੰ ਪਸੰਦ ਹੀ ਨਹੀਂ ਆਉਂਦਾ। ਜੇ ਘਰ ਦੇ ਵਿੱਚ ਰਹਿਣਾ ਪਸੰਦ ਨਹੀਂ ਆ, ਘਰੋਂ ਬਾਹਰ ਜਾਣਾ ਵੀ ਪਸੰਦ ਨਹੀਂ। ਉੱਦਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੇਖੀਏ ਵੀ ਜੋ ਮੇਰੇ ਆਲੇ ਦੁਆਲੇ ਹੋ ਰਿਹਾ ਹੈ, ਮੈਂ ਉਹਨੂੰ ਕਿਸ ਤਰੀਕੇ ਦੇ ਨਾਲ ਲੈ ਰਿਹਾ। ਜੇ ਤੇ ਭਲਾ ਮਾਲਕ ਨੇ ਤੰਦਰੁਸਤੀ ਬਖਸ਼ੀ ਹੈ ਤੇ ਫਿਰ ਮੈਨੂੰ ਕਿਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ? ਫਿਰ ਮੈਨੂੰ ਕਿਸ ਗੱਲ ਦਾ ਸਾੜਾ ਜਿਹਾ ਹੋਣਾ ਚਾਹੀਦਾ ਹੈ? ਹਜ਼ੂਰ ਕਹਿੰਦੇ ਭਾਈ, ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਜੋੜਿਆ ਹੈ ਨਾ, ਰੱਬ ਜੋ ਕਰਦਾ ਹੈ ਉਹਨਾਂ ਨੂੰ ਚੰਗਾ ਲੱਗਦਾ ਹੈ। ਜੋ ਕੁਝ ਹੋ ਰਿਹਾ ਹੈ ਮਾਲਕ ਦੀ ਖੇਡ ਦੇ ਵਿੱਚ ਹੋ ਰਿਹਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਭਾਈ, ਜੋ ਹਰ ਲੋੜੇ, ਜੋ ਵਾਹਿਗੁਰੂ ਚਾਹੁੰਦਾ ਹੈ ਸੋ ਕਰੇ, ਉਹੀ ਕਰਦਾ ਹੈ। ਸੋਈ ਜੀ ਕਰਨ, ਤੇ ਉਹਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਨੇ ਉਹ ਵੀ ਫਿਰ ਉਹ ਕੁਝ ਹੀ ਕਰਦੇ ਨੇ। ਇਹ ਨਹੀਂ ਹੈ ਵੀ ਅਸੀਂ ਆਪਣੀ ਮਰਜ਼ੀ ਦੇ ਵਿੱਚ ਕਿਤੇ ਤੁਰੇ ਫਿਰਾਂਗੇ ਵੀ ਨਹੀਂ ਜੀ ਜੋ ਮੈਂ ਚਾਹੁੰਦਾ ਹਾਂ ਉਹੀ ਹੋ ਜਾਵੇ। ਅਸੀਂ ਤਾਂ ਕਿੰਨਾ ਕੁਝ ਚਾਹ ਰਹੇ ਹਾਂ, ਕੀ ਹੋ ਰਿਹਾ ਹੈ ਸਾਡੇ ਚਾਹੁਣ ਦੇ ਨਾਲ?
ਕਿੰਨਾ ਕੁਝ ਸਾਡੀ ਸੋਚ ਤੋਂ ਪਰੇ ਦਾ ਪਰੇ ਹੀ ਹੋਈ ਜਾ ਰਿਹਾ ਹੈ। ਮਹਾਰਾਜ ਕਹਿੰਦੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਹੈ ਧਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ਉਹ ਕੀ ਕਹੇ ਜਾਂਦੇ ਨੇ? ਸੇਈ ਕਹੀਏ ਹੈ ਧਨ। ਉਹਨਾਂ ਨੂੰ ਧਨ ਕਿਹਾ ਜਾਂਦਾ ਹੈ। ਇੱਕ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ ਹੋਰ। ਇਤਿਹਾਸ ਦਾ ਇੱਕ ਬੋਲ ਹੈ, ਭਾਈ ਗਨੀ ਖਾਂ ਤੇ ਭਾਈ ਨਬੀ ਖਾਂ। ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਿਆ ਸੀ ਤੇ ਇਹ ਦੋਵੇਂ ਭਰਾ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਸੀ। ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਤੇ ਇਹ ਲੈ ਕੇ ਗਏ ਨਾਲ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਇਸ ਤਰ੍ਹਾਂ ਮਹਾਰਾਜ ਜੀ ਜਦੋਂ ਨਿਕਲਦੇ ਪਏ ਨੇ ਨਾ ਤੇ ਸਤਿਗੁਰੂ ਜੀ ਦੀ ਇਹਨਾਂ ਦੋਵਾਂ ਭਰਾਵਾਂ ਨੇ ਸੇਵਾ ਕੀਤੀ। ਮਾਛੀਵਾੜੇ ਦੇ ਵਿੱਚ ਇਹਨਾਂ ਦਾ ਅਸਥਾਨ ਹੈ। ਤਾਂ ਜਦੋਂ ਗੁਰੂ ਸਾਹਿਬ ਦੇ ਕੋਲੋਂ ਰੁਖਸਤ ਹੋਏ, ਮਹਾਰਾਜ ਜੀ ਅੱਗੇ ਪੜਾਅ ਨੂੰ ਤੁਰ ਪਏ ਤੇ ਸਤਿਗੁਰੂ ਨੇ ਨਾ ਇੱਕ ਹੁਕਮਨਾਮਾ ਲਿਖਿਆ। ਇੱਕ ਤੇ ਹੁਕਮਨਾਮਾ ਇਹ ਹੁੰਦਾ ਹੈ ਜੋ ਅਸੀਂ ਬਾਹਰ ਸ਼ਬਦ ਪੜ੍ਹ ਕੇ ਆਉਂਦੇ ਹਾਂ, ਗੁਰਬਾਣੀ ਦਾ ਵਾਕ। ਇੱਕ ਹੁਕਮਨਾਮਾ ਉਹ ਹੁੰਦਾ ਹੈ ਜਿਹੜਾ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਲਿਖਿਆ ਹੈ ਵੀ ਹਾਂ ਇਹਨਾਂ ਸਿੱਖਾਂ ਨੇ ਸਾਡੀ ਸੇਵਾ ਕੀਤੀ ਹੈ, ਜਾਂ ਇੱਦਾਂ ਕਹਿ ਲਈਏ ਵੀ ਹੁਕਮ ਕੀਤਾ ਗਿਆ ਵੀ ਤੁਸੀਂ ਆਹ ਚੀਜ਼ ਲੈ ਕੇ ਪੇਸ਼ ਹੋਣਾ ਹੈ। ਤੇ ਉਹਦੇ ਵਿੱਚ ਨਾ ਮਹਾਰਾਜ ਨੇ ਜਦੋਂ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਨੇ ਸੇਵਾ ਕੀਤੀ ਮਹਾਰਾਜ ਜੀ ਦੀ, ਤੇ ਮਹਾਰਾਜ ਨੇ ਇੱਕ ਗੱਲ ਲਿਖੀ ਉਸ ਹੁਕਮਨਾਮੇ ਦੇ ਵਿੱਚ। ਕੁਝ ਹੋਰ ਵੀ ਗੱਲਾਂ ਨੇ, ਮੈਂ ਮੇਨ ਗੱਲ ਆਪ ਜੀ ਦੇ ਅੱਗੇ ਜਿਹੜੀ ਇਹਦੇ ਨਾਲ ਸੰਬੰਧਿਤ ਹੈ ਉਹ ਰੱਖ ਦੇਵਾਂ। ਤੇ ਉੱਥੇ ਮਹਾਰਾਜ ਨੇ ਇੱਕ ਗੱਲ ਕੀਤੀ ਵੀ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਨੇ। ਹੁਣ ਮਹਾਰਾਜ ਜੀ ਦੇ ਆਪਣੇ ਪੁੱਤਰ ਨੇ, ਸਿੱਖ ਵੀ ਮਹਾਰਾਜ ਜੀ ਦੇ ਕੋਲ ਨੇ, ਪਰ ਉਸ ਹੁਕਮਨਾਮੇ ਦੇ ਵਿੱਚ ਇੱਕ ਗੱਲ ਲਿਖ ਦਿੱਤੀ ਵੀ ਗਨੀ ਖਾਂ ਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਨੇ। ਮਹਾਰਾਜ ਨੇ ਆਪਣੇ ਬਣਾ ਲਿਆ। ਤੇ ਪਰ ਇੱਕ ਚੀਜ਼ ਡਾਕਟਰ ਬਲਵੀਰ ਸਿੰਘ ਲਿਖਦੇ ਨੇ ਵੀ ਭਾਈ ਗਨੀ ਖਾਂ ਤੇ ਨਬੀ ਖਾਂ ਇਸ ਗੱਲ ਨੂੰ ਕਹਿੰਦੇ ਨੇ ਵੀ ਦੋ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਮਤਲਬ ਦੋ ਤਰੀਕੇ ਦੇ ਪੁੱਤਰ ਨੇ। ਇੱਕ ਨੇ ਲੀਕ ਪੁੱਤਰ, ਲੀਕ ਦਾ ਮਤਲਬ ਲਕੀਰ, ਤੇ ਇੱਕ ਨੇ ਅਲੀਕ ਜਿਹੜੇ ਲਕੀਰ ਤੋਂ ਬਿਨਾਂ ਨੇ। ਮਤਲਬ ਕੀ ਹੈ ਕਿ ਇੱਕ ਤੇ ਉਹ ਨੇ ਜਿੱਦਾਂ ਅਸੀਂ ਮਹਾਰਾਜ ਜੀ ਦੇ ਕੋਲ ਬੈਠੇ, ਇਹਨੂੰ ਦੂਸਰੇ ਪਾਸੇ ਤੋਂ ਨਾ ਸੋਚਿਓ। ਸਾਡਾ ਜਦੋਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖਣਗੇ ਤੇ ਇਹੀ ਕਹਿਣਗੇ ਨਾ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਅਸੀਂ ਕਿੰਨੀ ਵਾਰ ਪੜ੍ਹਦੇ ਹਾਂ ਇਸ ਗੱਲ ਨੂੰ ਵੀ ਮਹਾਰਾਜ ਸਾਨੂੰ ਵੀ ਕੀ ਕਹਿਣਗੇ ਵੀ ਆ ਮੇਰੇ ਪੁੱਤ ਬੈਠੇ ਨੇ, ਸਾਰਿਆਂ ਨੂੰ ਵੀ ਸਾਡੇ ਪੁੱਤਰ ਬੈਠੇ ਹੋਏ ਨੇ ਨਾ ਸਾਡੇ ਸਾਰਿਆਂ ਵੱਲ। ਪਰ ਜਦੋਂ ਭਾਈ ਗਨੀ ਖਾਂ ਤੇ ਨਬੀ ਖਾਂ ਜਿਹੜੇ ਨੇ ਉਹਨਾਂ ਨੂੰ ਮਹਾਰਾਜ ਨੇ ਕੀ ਕਿਹਾ ਵੀ ਮਹਾਰਾਜ ਕਹਿੰਦੇ ਵੀ ਇਹ ਸਾਨੂੰ ਨਾ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰੇ ਨੇ। ਤੇ ਇੱਕ ਮਹਾਰਾਜ ਨੇ ਸਪੈਸ਼ਲ ਲਾਈਨ ਲਿਖ ਦਿੱਤੀ ਉਹਨਾਂ ਦੀ ਖਾਤਰ। ਹੁਣ ਜਿਨ੍ਹਾਂ ਦੀ ਖਾਤਰ ਲਾਈਨ ਲਿਖ ਦਿੱਤੀ ਹੈ ਮਹਾਰਾਜ ਨੇ, ਇਹ ਨਹੀਂ ਵੀ ਸਾਨੂੰ ਮਹਾਰਾਜ ਨੇ ਘੱਟ ਕਿਹਾ, ਪਰ ਮਹਾਰਾਜ ਨੇ ਉਹਨਾਂ ਦੀ ਖਾਤਰ ਇੱਕ ਸਪੈਸ਼ਲ ਲਾਈਨ ਲਿਖ ਦਿੱਤੀ ਵੀ ਆ ਮੇਰੇ ਪੁੱਤਰਾਂ ਤੋਂ ਵੀ ਮੈਨੂੰ ਪਿਆਰੇ ਨੇ। ਗੁਰੂ ਸਾਹਿਬ ਉਸ ਗੱਲ ਨੂੰ ਕਹਿੰਦੇ ਨੇ ਭਾਈ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਆਂ ਧਨ। ਤੇ ਵੇਖੋ ਸਾਰੀ ਦੁਨੀਆ ਮਾਛੀਵਾੜੇ ਜਾਂਦੀ ਹੈ ਤੇ ਮਹਾਰਾਜ ਜੀ ਦੇ ਇਹਨਾਂ ਪੁੱਤਰਾਂ ਦੇ ਅਸਥਾਨ ਦੇ ਉੱਤੇ ਵੀ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਉਹਨਾਂ ਨੂੰ ਧਨ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਹੈ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਸਾਡੀ ਬੜੀ ਕੀਮਤੀ ਚੀਜ਼ ਹੋਵੇ ਤੇ ਅਸੀਂ ਕਹੀਏ ਵੀ ਇਹ ਤੇ ਸਦਾ ਹੀ ਮੇਰੇ ਕੋਲ ਰਹੇਗੀ। ਤੇ ਚੀਜ਼ਾਂ ਤੇ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਅੱਜ ਹੈ ਨੇ ਕੱਲ੍ਹ ਨੂੰ ਨਹੀਂ ਹੋਣਗੀਆਂ, ਪਰਸੋਂ ਫੇਰ ਬਣਾ ਲਾਂਗੇ। ਕਿੰਨਿਆਂ ਦੇ ਨਾਲ ਇੱਦਾਂ ਵਾਪਰ ਜਾਂਦਾ। ਪਰ ਕੁਝ ਚੀਜ਼ਾਂ ਇੱਦਾਂ ਦੀਆਂ ਨੇ ਇੱਕੋ ਵਾਰੀ ਮਿਲੀਆਂ ਦੁਬਾਰਾ ਮਿਲਣਗੀਆਂ ਹੀ ਨਹੀਂ। ਤੇ ਮਹਾਰਾਜ ਕਹਿੰਦੇ ਵੀ ਜੇ ਬੰਦਾ ਇਹ ਕਹਿੰਦਾ ਫਿਰੇ ਨਾ ਵੀ ਮੈਂ ਜੋ ਚਾਹਾਂ ਕਰ ਸਕਦਾ ਹਾਂ, ਬੰਦਾ ਜੋ ਚਾਹਵੇ ਕਰ ਸਕਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਫਿਰ ਬੰਦੇ ਰੋਂਦੇ ਕਿਉਂ ਫਿਰਨ। ਬੰਦਾ ਕਹਿੰਦਾ ਨਾ ਵੀ ਮੈਂ ਬਹੁਤ ਕੁਝ ਕਰ ਲੈਣਾ ਤੇ ਉਹਨੂੰ ਸੋਚ ਕੇ ਵੇਖੋ ਉਹ ਫਿਰ ਵਿਚਾਰਾ ਰੋਂਦਾ ਜਾਈ ਫਿਰਦਾ ਰਹਿੰਦਾ ਵੀ ਆਹ ਨਹੀਂ ਹੁੰਦਾ, ਆਹ ਨਹੀਂ ਹੋਇਆ ਮੇਰੇ ਕੋਲੋਂ, ਆਹ ਰਹਿ ਗਿਆ। ਆਪਣ ਲੀਆ ਜੇ ਮਿਲੇ, ਜੇ ਸਾਰਾ ਕੁਝ ਆਪਣੀ ਮਿਹਨਤ ਦੇ ਨਾਲ ਹੀ ਮਿਲਦਾ ਹੋਵੇ ਤੇ ਮਰਦ ਕਹਿੰਦੇ ਜੀਵ ਜਿਹੜੇ ਨੇ, ਲੋਕ ਜਿਹੜੇ ਨੇ, ਵਿਛੜ ਕਿਉਂ ਰੋਵਨ। ਰੋਣ ਕਿਉਂ ਫਿਰ ਵਿਛੜ ਕੇ, ਔਖੇ ਕਿਉਂ ਹੋਣ। ਤੁਸੀਂ ਤੀਜੇ ਚੌਥੇ ਬੰਦੇ ਨੂੰ ਫੜ ਕੇ ਵੇਖ ਲਓ, ਉਹਨੂੰ ਕਿਸੇ ਨਾ ਕਿਸੇ ਚੀਜ਼ ਦੀ ਚਿੰਤਾ ਹੈ ਵੀ ਉੱਦਾਂ ਤੇ ਸਾਰਾ ਕੁਝ ਠੀਕ ਹੈ ਪਰ ਆਹ ਹੋ ਜਾਵੇ ਤੇ ਫਿਰ ਬੜੀ ਵਧੀਆ ਗੱਲ ਹੈ। ਉਹਨੂੰ ਕੀ ਕਿਹਾ ਜਾਂਦਾ ਹੈ ਵੀ ਕਿਤੇ ਨਾ ਕਿਤੇ ਤੇ ਤੰਗੀ ਹੈ ਜ਼ਿੰਦਗੀ ਦੇ ਵਿੱਚ, ਕਿਤੇ ਨਾ ਕਿਤੇ ਤੇ ਗਿਲਾ ਜਿਹਾ ਹੈ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਗਈ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਹਜ਼ੂਰ ਕਹਿੰਦੇ ਐ ਨਾਨਕ ਉਹ ਜੀਵ ਇਸ ਜ਼ਿੰਦਗੀ ਦੇ ਵਿੱਚ ਆਨੰਦ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਧਣੀ,
ਜਿਸ ਕੈ ਭਾਗ ਮਥਨ ਜ਼ਿੰਦਗੀ ਰੂਪੀ ਜੇਠ ਦਾ ਮਹੀਨਾ, ਜਿਹੜਾ ਤਪਦਾ ਪਿਆ ਹੈ ਬਾਹਰ, ਜਿਨ੍ਹਾਂ ਨੂੰ ਵਿਕਾਰ ਸਾੜਦੇ ਪਏ ਨੇ, ਮਹਾਰਾਜ ਕਹਿੰਦੇ ਉਹਨਾਂ ਲਈ ਸੁੱਖ ਦੇਣ ਵਾਲਾ ਹੋ ਜਾਂਦਾ ਹੈ। ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਦੇ ਭਾਗ ਜਗ ਪੈਂਦੇ ਨੇ। ਭਾਵ ਮਾਲਕ ਕਿਰਪਾ ਕਰੇ, ਜਿਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਜਿਨ੍ਹਾਂ ਨੂੰ ਆਪਣੇ ਨਾਲ ਆਪਣੇ ਬਣਾ ਲੈਂਦਾ ਹੈ, ਉਹਨਾਂ ਲਈ ਆ ਤਪਸ਼ ਵਾਲੇ ਮਹੀਨੇ ਵੀ ਬੜੇ ਸੋਹਣੇ ਨੇ, ਉਹਨਾਂ ਲਈ ਆ ਕਸ਼ਟ ਦਾ ਸਮਾਂ ਵੀ ਬੜੇ ਸਕੂਨ ਦੇ ਨਾਲ ਬੀਤ ਜਾਂਦਾ ਹੈ। ਹੁਣੇ ਸ਼ਬਦ ਪੜ੍ਹਿਆ ਜਾ ਰਿਹਾ ਸੀ ਨਾ, ਮਹਾਰਾਜ ਜੀ ਦੀ ਕਿੱਡੇ ਚੜ੍ਹਦੀ ਕਲਾ ਵਾਲੇ ਬੋਲ ਸੀ ਵੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ। ਠੀਕ ਹੈ, ਸੱਚੇ ਪਾਤਸ਼ਾਹ ਵਾਪਰਦਾ ਪਿਆ ਹੈ ਸਾਰਾ ਕੁਝ, ਪਰ ਜਦੋਂ ਤੂੰ ਮੇਰੇ ਵੱਲ ਹੈ ਤੇ ਫਿਰ ਮੈਨੂੰ ਕਾਹਦਾ ਦੁੱਖ ਹੈ। ਮਹਾਰਾਜ ਕਹਿੰਦੇ ਆ ਜ਼ਿੰਦਗੀ ਵੀ ਸੋਹਣੀ ਹੋ ਜਾਂਦੀ ਹੈ। ਤਾਕੋ ਕਹੋ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਉਹਨਾਂ ਨੂੰ ਕਾਹਦੀ ਪ੍ਰਵਾਹ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਲਕ ਨੇ ਹੱਥ ਰੱਖ ਦਿੱਤਾ ਹੈ। ਇਸ ਕਰਕੇ ਸਤਿਗੁਰੂ ਜੀ ਦੇ ਇਸ ਪਾਵਨ ਬਚਨ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਉਸ ਮਾਲਕ ਦੇ ਨਾਲ ਜੁੜੀਏ ਜਿਹਦੇ ਅੱਗੇ ਸਾਰੇ ਜੁੜਦੇ ਨੇ। ਵਾਹਿਗੁਰੂ ਸਾਰਿਆਂ ਨੂੰ, ਇਲਾਜ ਵਾਲਿਆਂ ਨੂੰ ਵੀ, ਇਲਾਜ ਕਰਨ ਵਾਲਿਆਂ ਨੂੰ ਵੀ ਮਾਲਕ ਤੰਦਰੁਸਤੀ ਦੇਵੇ, ਅਤੇ ਜਿਹੜੇ ਸੌਖੇ ਨੇ, ਜਿਨ੍ਹਾਂ ਨੂੰ ਮਾਲਕ ਨੇ ਤੰਦਰੁਸਤੀ ਬਖਸ਼ੀ ਹੈ, ਉਹਨਾਂ ਨੂੰ ਵੀ ਮਾਲਕ ਤੰਦਰੁਸਤ ਰੱਖੇ। ਜੋ ਸਮਾਂ ਹੈ ਨੈਗੇਟਿਵਿਟੀ ਤੋਂ ਆਪਣੇ ਆਪ ਨੂੰ ਬਾਹਰ ਰੱਖ ਕੇ ਸਿਮਰਨ ਵਾਲੇ ਪਾਸੇ ਆਈਏ, ਬਾਣੀ ਵਾਲੇ ਪਾਸੇ ਆਈਏ, ਤਾਂ ਕਿ ਸਾਡੇ ਅੰਦਰ ਪੋਜ਼ੀਟਿਵ ਜਿਹੜੀ ਹੈ ਗੱਲਾਂ ਉਹ ਜ਼ਿਆਦਾ ਥੋੜ੍ਹੀਆਂ ਜਿਹੀਆਂ ਪੈਦਾ ਹੋਣ, ਅਸੀਂ ਆਪਣੇ ਆਪ ਤੰਦਰੁਸਤ ਰਹਿ ਸਕੀਏ। ਮਹਾਰਾਜ ਬਖਸ਼ ਲੈਣ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।